सतनाम करता पुरख निर्भव निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच। हे प्राणनाथ गोबिंद है कृपा निधान जगत गुरो। हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। सतनाम श्री वाहिगुरु साहिब जी। सलोक महला पंजवा। उठंदियां बहंदियां सवंदियां सुख होए। नानक नाम सलाहिया मन तन शीतल होए। जुगो जुगा टल चमर चतर तखत दे मालक दसां पातशाहियां दी आत्मक जोत हाजरा हजूर ज़ाहरा जहूर सर्ब कला भरपूर धन धन साहिब श्री गुरु ग्रंथ साहिब महाराज जी दी पावन पवित्र हजूरी दे अंदर सुभाईमान गुरु प्यारी साध संगत जी। आओ गुरु चरणों दे विच अपनियां हाज़रियां लवाइए। प्यार सत्कार सहित फतेह प्रवान करो जी। वाहिगुरु जी का खालसा वाहिगुरु जी की फतेह। सतगुरु जी ने महान किरपालता की है। धन धन श्री गुरु ग्रंथ साहिब महाराज जी की पावन गोद के अंदर बैठन का सत्संगत करन का सुभाग समा सानू सारिਆਂ ਨੂੰ प्राप्त होया है। अमृत वेले दे दीवाना की हाज़री भरते हुए आप जी ने बड़े प्यार शरधा ते सत्कार दे नाल सतगुरु जी की पावन बाणी आसा की वार का कीर्तन सत्कारयोग भाई साहब जी पासों सरन किया है। हुण समा है गुरबाणी की चल रही लड़ीवार विचार का। गुरबाणी की लड़ीवार विचार आरंभ करन तो पहला आओ अपनियां मन बिरतियां नूं आपां एकागर करिए। सुरत नूं शब्द दे नाल गुरबाणी दे नाल गुरु चरणों दे नाल जोड़न का यतन करिए। समूह संगत प्यार सत्कार नाल उचारण करो जी। सतनाम श्री वाहिगुरु जी। करो कृपा सतनाम श्री वाहिगुरु जी। सतनाम श्री वाहिगुरु साहिब जी। सलोक महला पंजवा। उठंदियां बहंदियां सवंदियां सुख होए। गुरबाणी की लड़ीवार विचार के अंदर आप जी पंजवें पातशाह
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਵਾਰ ਦੀਆਂ ਪੌੜੀਆਂ ਅਤੇ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹੋ। 12 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 13ਵੀਂ ਪੌੜੀ ਤੇ ਨਾਲ ਜੋ ਸ਼ਲੋਕ ਹਨ ਉਹਨਾਂ ਦੀ ਵਿਚਾਰ ਆਪਾਂ ਕਰਨੀ ਹੈ। ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜੋ ਪਰਮਾਤਮਾ ਦਾ ਨਾਮ ਜਪਦੇ ਨੇ, ਜੋ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਨੂੰ ਜੀਵਨ ਦੇ ਵਿੱਚ ਹਰ ਵੇਲੇ ਸੁੱਖ ਪ੍ਰਤੀਤ ਹੁੰਦਾ ਹੈ। ਜਿਵੇਂ ਆਪਾਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਵਰ ਬੰਤ ਬਣਾਈ, ਫਿਰ ਡੋਲਤ ਕਤਹੁ ਨਾਈ। ਰੱਬ ਦੇ ਪਿਆਰਿਆਂ ਨੂੰ ਰੱਬ ਦੇ ਉੱਤੇ ਇੰਨਾ ਕੁ ਭਰੋਸਾ ਹੈ ਕਿ ਜੋ ਪਰਮੇਸ਼ਰ ਹੈ ਉਹਨੇ ਬੜੀ ਕਿਰਪਾ ਕੀਤੀ ਹੈ। ਪਿਛਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਨੇ ਆਨੰਦ ਬਣਾਈ ਰੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਸੁੱਖ ਦੇਵੇਗਾ, ਕਿਉਂਕਿ ਉਹਨੇ ਵਿਉਂਤ ਬਣਾ ਰੱਖੀ ਹੈ ਆਪਣੇ ਪਿਆਰਿਆਂ ਦੇ ਵਾਸਤੇ। ਉਹਨਾਂ ਦਾ ਜੀਵਨ ਐਸਾ ਪਰਮਾਤਮਾ ਬਣਾ ਦਿੰਦਾ ਹੈ ਕਿ ਪੂਰਨ ਤੌਰ ਤੇ ਪਰਮੇਸ਼ਰ ਦੇ, ਵਾਹਿਗੁਰੂ ਦੇ, ਰੱਬ ਦੇ ਭਰੋਸੇ ਦੇ ਉੱਤੇ ਚੱਲਦੇ ਹਨ ਔਰ ਉਹਦੇ ਹੁਕਮ ਨੂੰ, ਉਹਦੀ ਆਗਿਆ ਨੂੰ ਖਿਹੜੇ ਮੱਥੇ ਪ੍ਰਵਾਨ ਕਰਦੇ ਨੇ। ਭਾਵੇਂ ਉਹ ਕਿੰਨਾ ਵੀ ਸਮਾਂ ਜਿਹੜਾ ਹੈ ਭਿਆਨਕ ਹੋਵੇ, ਕਿੰਨਾ ਵੀ ਸਮਾਂ ਦੂਸਰਿਆਂ ਦੀ ਨਜ਼ਰਾਂ ਦੇ ਵਿੱਚ ਦੁੱਖਾਂ ਭਰਿਆ ਹੋਵੇ, ਪਰ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਭਾਣੇ ਦੇ ਅੰਦਰ ਸੁੱਖ ਮਾਣਦੇ ਹਨ, ਉਸ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਸੋ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਉਹਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ। ਆਪਾਂ ਕਈ ਵਾਰੀ ਜਦੋਂ ਗੱਲ ਕਰਦੇ ਹਾਂ ਤੇ ਇਹ ਬਚਨ ਆਮ ਤੌਰ ਦੇ ਉੱਤੇ ਆਪਾਂ ਕਈਆਂ ਤੋਂ ਸੁਣਿਆ ਹੈ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪਤਾ ਵੀ ਨਹੀਂ ਹਿਲਦਾ। ਪਤਾ ਹਿਲਣਾ ਇੱਕ ਬਹੁਤ ਛੋਟੀ ਕਿਰਿਆ ਹੈ। ਇਹ ਮਿਸਾਲ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਛੋਟੇ ਤੋਂ ਛੋਟਾ ਕੰਮ ਵੀ ਨਹੀਂ ਹੁੰਦਾ। ਪੱਤੇ ਦਾ ਹਿਲਣਾ ਵੀ ਉਸ ਪਰਮਾਤਮਾ ਦੀ ਆਗਿਆ, ਉਹਦੇ ਹੁਕਮ ਦੇ ਅਨੁਸਾਰ ਹੈ। ਵੱਡੇ ਤੋਂ ਵੱਡਾ ਕੰਮ ਵੀ ਉਹਦੀ ਆਗਿਆ ਦੇ ਅਨੁਸਾਰ ਹੈ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਉੱਠਦਿਆਂ, ਬਹਿੰਦਿਆਂ, ਸੌਂਦਿਆਂ ਸੁੱਖ ਪ੍ਰਾਪਤ ਹੁੰਦਾ ਹੈ, ਸੁੱਖ ਮਿਲਦਾ ਹੈ। ਨਾਨਕ ਨਾਮ ਸਲਾਹਿਐ, ਮਨ ਤਨ ਸ਼ੀਤਲ ਹੋਏ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ, ਦੁਨਿਆਵੀ ਕਿਸੇ ਮਨੁੱਖ ਦੀ ਜਿੰਨੀ ਮਰਜ਼ੀ ਆਪਾਂ ਸਿਫਤ ਕਰੀ ਜਾਈਏ, ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬਹੁਤ ਲੋਕ ਐਸੇ ਨੇ ਜਿਹੜੇ ਸੰਸਾਰਕ ਰਾਜੇ ਮਹਾਰਾਜੇ, ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਹਾਂ ਮੰਤਰੀ ਨੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਉਹਨਾਂ ਦੀ ਖੁਸ਼ਾਮਦ ਕਰਦੇ ਨੇ, ਪਰ ਉਹਨਾਂ ਦੀ ਖੁਸ਼ਾਮਦ ਕਰਕੇ ਪ੍ਰਾਪਤੀ ਕੋਈ ਨਹੀਂ। ਕਿਸੇ ਵਿਰਲੇ ਨੂੰ ਪ੍ਰਾਪਤੀ ਹੋ ਵੀ ਜਾਂਦੀ ਹੈ ਥੋੜ੍ਹੀ ਬਹੁਤ, ਪਰ ਉਹ ਨਾਲ ਨਿਭਣ ਵਾਲੀ ਤਾਂ ਨਹੀਂ। ਜੇ ਆਪਾਂ ਕਿਸੇ ਮਨੁੱਖ ਦੀ ਖੁਸ਼ਾਮਦ ਕੀਤੀ, ਕਿਸੇ ਦੀ ਵਡਿਆਈ ਕਰ ਰਹੇ ਹਾਂ ਕਿ ਉਹ ਵੱਧ ਤੋਂ ਵੱਧ ਸਾਨੂੰ ਕੀ ਦੇ ਦੇਗਾ, ਕੋਈ ਛੋਟਾ ਮੋਟਾ ਅਹੁਦਾ ਦੇ ਦੇਗਾ, ਪਰ ਅੱਜ ਦੇ ਮਨੁੱਖ ਦੇ ਅੰਦਰ ਭੁੱਖ ਸਾਰੀ ਅਹੁਦੇ ਦੀ ਹੈ। ਇਸੇ ਕਰਕੇ ਉਹ ਖੁਸ਼ਾਮਦ ਕਰਦੇ ਨੇ, ਇਸੇ ਕਰਕੇ ਵਡਿਆਈ ਕਰੀ ਜਾਂਦੇ ਨੇ। ਚੈਨਲਾਂ ਦੇ ਉੱਤੇ ਵੀ ਦੇਖੋ, ਨਿਊਜ਼ ਚੈਨਲਸ ਦੇ ਉੱਪਰ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਲੋਕ ਖੁਸ਼ਾਮਦ ਕਰ ਰਹੇ ਨੇ, ਕੇਵਲ ਇਸ ਕਰਕੇ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਉਹਦੀ ਨਿਗਾਹ ਦੇ ਵਿੱਚ ਆ ਜਾਈਏ ਤੇ ਸਾਨੂੰ ਕੋਈ ਅਹੁਦਾ ਮਿਲ ਜਾਏ, ਸਾਨੂੰ ਕੋਈ ਪ੍ਰਾਪਤੀ ਹੋ ਜਾਏ। ਇਹ ਗੱਲ ਭੁੱਲ ਜਾਂਦੇ ਨੇ ਕਿ ਇਹ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ। ਇਹ ਅਹੁਦੇ, ਇਹ ਅਸਰ ਰਸੂਖ, ਇਹ ਜੋ ਸੰਸਾਰਕ ਸ਼ੋਭਾ ਹੈ, ਇਹ ਖਤਮ ਹੋ ਜਾਣੀ ਹੈ, ਥੋੜ੍ਹੇ ਸਮੇਂ ਦੇ ਵਾਸਤੇ ਹੈ। ਕਿਉਂਕਿ ਜੋ ਹਾਕਮ ਨੇ ਉਹ ਸਦੀਵੀ ਨਹੀਂ। ਇਸ ਸੰਸਾਰ ਦੇ ਅੰਦਰ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ ਨੇ, ਜਿਨ੍ਹਾਂ ਦੇ ਨਾਮੋ ਨਿਸ਼ਾਨ
ਸਮੇਂ ਨੇ ਮਿਟਾ ਦਿੱਤੇ, ਸਮੇਂ ਨੇ ਪੈਦਾ ਕੀਤਾ। ਰਾਜੇ ਮਹਾਰਾਜਿਆਂ ਨੂੰ, ਵੱਡੇ ਵੱਡੇ ਸੁਲਤਾਨ ਖਾਨਾਂ ਨੂੰ ਸਮੇਂ ਦੇ ਵਿੱਚ ਆਏ ਤੇ ਸਮੇਂ ਦੇ ਗੇੜ ਦੇ ਵਿੱਚ ਖੱਪ ਗਏ, ਖਤਮ ਹੋ ਗਏ। ਔਰ ਖਾਸ ਤੌਰ ਤੇ ਜਿਨ੍ਹਾਂ ਨੇ ਹੰਕਾਰ ਕੀਤਾ ਉਹਨਾਂ ਦਾ ਤੇ ਮਾੜਾ ਅਸਰ ਹੋਇਆ। ਜਿਹੜੇ ਕਿਧਰੇ ਸੇਵਾ ਕਰਦੇ ਰਹੇ ਉਹਨਾਂ ਦਾ ਨਾਮ ਅੱਜ ਵੀ ਹੈ। ਜਿਨ੍ਹਾਂ ਨੇ ਪ੍ਰਜਾ ਦੀ ਸੇਵਾ ਕੀਤੀ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਨੀਆ ਯਾਦ ਕਰਦੀ ਹੈ। ਉਸ ਸਮੇਂ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਨਾ, ਸਤਲੁਜ ਤੋਂ ਲੈ ਕੇ ਤੇ ਪਿਸ਼ੌਰ ਤੱਕ, ਬਲਕਿ ਉਸ ਤੋਂ ਵੀ ਅੱਗੇ ਕਾਬਲ ਕੰਧਾਰ ਤੱਕ ਉਹਨਾਂ ਨੇ ਐਸੀ ਬਾਦਸ਼ਾਹਤ ਬਣਾਈ। ਪੂਰਾ ਪਾਕਿਸਤਾਨ ਜਿਹੜਾ ਅੱਜ ਦਾ ਨਾ ਉਹਨਾਂ ਦੇ ਅਧੀਨ ਸੀ। ਲੇਹ ਲਦਾਖ ਦਾ ਇਲਾਕਾ, ਇਹ ਜੋ ਕਸ਼ਮੀਰ ਦਾ ਇਲਾਕਾ ਹੈ, ਜੇ ਅੱਜ ਹਿੰਦੁਸਤਾਨ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ ਹੈ। ਜੇ ਪਿਸ਼ੌਰ ਦਾ ਇਲਾਕਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ, ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ ਹੈ, ਕਿਉਂਕਿ ਇਹ ਇਲਾਕੇ ਸਾਰੇ ਉਹਨੇ ਫਤਿਹ ਕੀਤੇ ਸਨ। ਉਹਨਾਂ ਦੇ ਰਾਜ ਭਾਗ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਨੇ। ਸਮੁੱਚੇ ਇਹ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਜਾਂ ਸਿੱਖ ਭਾਈਚਾਰੇ ਵੱਲੋਂ ਜਿਹੜੇ ਸੱਚੇ ਮੁਸਲਮਾਨ ਨੇ ਨਾ, ਇਮਾਨਦਾਰ, ਉਹ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਕਰਦੇ ਹਨ। ਪਾਕਿਸਤਾਨ ਦੇ ਅੰਦਰ ਬੈਠੇ ਉਹਨਾਂ ਨੂੰ ਪਤਾ ਹੈ ਕਿ ਸਾਰਾ ਪਾਕਿਸਤਾਨ ਜਿਹੜਾ ਹੈ ਨਾ, ਇਹਨੂੰ ਬਣਾਉਣ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਹੱਥ ਸੀ। ਜੋ ਅੱਜ ਇਲਾਕੇ ਪਾਕਿਸਤਾਨ ਦੇ ਵਿੱਚ ਜ਼ਿਆਦਾ ਨੇ, ਉਹ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਦੇ ਵਿੱਚ ਹੀ ਸਨ, ਜਿਸ ਕਰਕੇ ਪਾਕਿਸਤਾਨ ਦਾ ਜਿਹੜਾ ਇਹ ਹੁਣ ਦਾ ਨਕਸ਼ਾ ਹੈ ਨਾ, ਹੋਂਦ ਦੇ ਵਿੱਚ ਆਇਆ ਹੈ। ਇਹ ਤਾਂ ਬਹੁਤ ਸਾਰੇ ਇਲਾਕੇ ਅਫਗਾਨਿਸਤਾਨ 'ਚ ਚਲੇ ਜਾਣੇ ਸਨ ਤੇ ਬਹੁਤ ਸਾਰੇ ਇਲਾਕੇ ਈਰਾਨ ਦੇ ਵਿੱਚ ਚਲੇ ਜਾਣੇ ਸਨ। ਸੋ ਜਿਨ੍ਹਾਂ ਨੇ ਸੇਵਾ ਕੀਤੀ ਪ੍ਰਜਾ ਦੀ, ਜਿਨ੍ਹਾਂ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਦੁਨੀਆ ਦੇ ਵਿੱਚ, ਅੱਜ ਵੀ ਉਹਨਾਂ ਦੇ ਨਾਮ ਨੇ। ਪਰ ਉਹ ਗਿਣਤੀ ਦੇ ਨੇ। ਬਹੁਤ ਸਾਰੇ ਐਸੇ ਹਾਕਮ ਹੋਏ ਸਮੇਂ ਦੇ ਕਿ ਜਿਨ੍ਹਾਂ ਨੇ ਮਨਮਾਨੀਆਂ ਕੀਤੀਆਂ। ਜਿਵੇਂ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਹੁਕਮ ਕੀਏ, ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਅੱਗੇ ਰਸਤਾ ਬੜਾ ਔਖਾ ਹੈ, ਇੱਥੇ ਤੇ ਮਨਮਾਨੀਆਂ ਚੱਲ ਜਾਣਗੀਆਂ, ਕਿਉਂਕਿ ਤਾਕਤ ਹੈ ਹੱਥ ਦੇ ਵਿੱਚ, ਪਰ ਜਦੋਂ ਲੇਖਾ ਦੇਣਾ ਪੈਣਾ ਨਾ, ਉੱਥੇ ਬੜਾ ਔਖਾ ਹੈ। ਸੋ ਜਿਨ੍ਹਾਂ ਨੇ ਇਹ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਮਹਾਰਾਜ ਕਹਿੰਦੇ ਨੇ ਜਾਂ ਤੇ ਉਹਨਾਂ ਦੀ ਸਿਫਤ ਸਲਾਹ ਕਰੋ ਤੇ ਜਾਂ ਰੱਬ ਦੀ ਕਰੋ। ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਜੋ ਪਰਮੇਸ਼ਰ ਦੀ ਵਡਿਆਈ ਕਰਦਾ ਹੈ, ਉਹਦਾ ਆਪਣਾ ਜੀਵਨ ਸਫਲ ਹੁੰਦਾ। ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਪਰਮੇਸ਼ਰ ਇਹ ਥੋੜ੍ਹੀ ਕਹਿੰਦਾ ਹੈ, ਉਹਨੂੰ ਲਾਲਚ ਨਹੀਂ ਹੈ। ਪਰਮਾਤਮਾ ਨੂੰ ਆਪਣੀ ਸਿਫਤ ਕਰਾਉਣ ਦਾ, ਆਪਣੀ ਵਡਿਆਈ ਕਰਾਉਣ ਦਾ ਕੋਈ ਲਾਲਚ ਨਹੀਂ। ਇਹ ਤੇ ਅਸੀਂ ਆਪਣੇ ਭਲੇ ਦੇ ਵਾਸਤੇ ਕਰਨੀ ਹੈ ਪਰਮਾਤਮਾ ਦੀ ਸਿਫਤ ਸਲਾਹ, ਕਿਉਂਕਿ ਜਿਵੇਂ ਜਿਵੇਂ ਆਪਾਂ ਪਰਮਾਤਮਾ ਦਾ ਜਸ ਗਾਵਾਂਗੇ, ਸਾਡੇ ਅੰਦਰ ਦੇ ਔਗਣ ਖਤਮ ਹੋ ਜਾਣਗੇ, ਪਾਪਾਂ ਦੀ ਮੈਲ ਲੈ ਜਾਏਗੀ, ਜੀਵਨ ਪਵਿੱਤਰ ਹੋ ਜਾਏਗਾ, ਹਿਰਦਾ ਪਵਿੱਤਰ ਹੋ ਜਾਏਗਾ, ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ, ਦੁਬਾਰਾ ਜੰਮਣਾ ਮਰਨਾ ਨਹੀਂ ਪਏਗਾ। ਸੋ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਮਹਾਰਾਜ ਕਹਿੰਦੇ ਨੇ ਜਿਹੜੇ ਨਾਮ ਨੂੰ ਜਪਦੇ ਨੇ, ਉਹਨਾਂ ਦਾ ਮਨ ਵੀ ਸ਼ੀਤਲ ਤੇ ਉਹਨਾਂ ਦਾ ਤਨ ਵੀ ਸ਼ੀਤਲ ਹੋ ਜਾਂਦਾ ਹੈ। ਮਹੱਲਾ ਪੰਜਵਾਂ। ਨਾਨਕ ਲਾਲਚ ਅਟਿਆ ਨਿਤ ਫਿਰੈ, ਸੁਆਰਥ ਕਰੇ ਨਾ ਕੋਏ। ਮਹਾਰਾਜ ਕਹਿੰਦੇ ਨੇ ਮਨੁੱਖ ਲਾਲਚ ਦੇ ਵਿੱਚ ਫਸਿਆ ਹੋਇਆ ਹੈ। ਲਾਲਚ ਅਟਿਆ, ਅਟਿਆ ਦਾ ਅਰਥ ਹੈ ਲਿਬੜਿਆ। ਭਾਵ ਕਿ ਮਨੁੱਖ ਜਿਹੜਾ ਹੈ ਨਾ, ਉਹ ਇੰਨਾ ਜ਼ਿਆਦਾ ਲਾਲਚ ਦੇ ਵਿੱਚ ਫਸਿਆ ਹੋਇਆ ਹੈ ਕਿ ਜਿਹੜਾ ਆਪਣਾ ਉਹਦਾ ਮਨੋਰਥ ਹੈ ਜੀਵਨ ਦਾ, ਜਿਹਦੇ ਵਾਸਤੇ ਸੰਸਾਰ ਦੇ ਵਿੱਚ ਆਇਆ ਹੈ, ਜਿਹਦੇ ਵਾਸਤੇ ਮਨੁੱਖਾ ਜੀਵਨ ਮਿਲਿਆ ਹੈ, ਮਹਾਰਾਜ ਕਹਿੰਦੇ ਨੇ ਉਸ ਕੰਮ ਨੂੰ ਹੀ ਭੁੱਲ ਗਿਆ ਹੈ। ਸੰਸਾਰ ਦੇ ਵਿੱਚ ਆ ਕੇ ਜਿਹੜਾ ਜੀਵ ਹੈ ਨਾ, ਭੁੱਲ ਜਾਂਦਾ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ, ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਆਇਆ, ਮੈਂ ਚੰਗੇ ਕਰਮ ਕਰਨ ਵਾਸਤੇ ਆਇਆ। ਉਹ ਕੰਮ ਕਰਨ ਵਾਸਤੇ ਨਹੀਂ ਆਇਆ ਜੋ ਮੈਂ ਕਰ ਰਿਹਾ ਹਾਂ। ਮਹਾਰਾਜ ਜਿਨ੍ਹਾਂ ਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰਦਾ ਹੈ ਨਾ, ਉਹਨੂੰ ਚੰਗੇ ਮਾੜੇ ਦੀ ਸਮਝ ਆ ਜਾਂਦੀ ਹੈ ਵੀ ਕਿਹੜਾ ਕੰਮ ਚੰਗਾ ਹੈ ਤੇ ਕਿਹੜਾ ਮਾੜਾ ਹੈ।
ਜਦੋਂ ਸਮਝ ਆ ਜਾਂਦੀ ਫਿਰ ਉਹ ਯਤਨ ਕਰਦਾ ਹੈ ਕਿ ਮੈਂ ਮਾੜੇ ਕੰਮ ਤੋਂ ਬਚ ਜਾਵਾਂ। ਦੇਖੋ ਇਹ ਗੁਰੂ ਕੋਲੋਂ ਹੀ ਸੋਝੀ ਪ੍ਰਾਪਤ ਹੁੰਦੀ ਹੈ। ਆਪਾਂ ਵੀ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਮੰਗਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਤੇ ਵਿਵੇਕ ਦਾਨ। ਹੇ ਸੱਚੇ ਪਾਤਸ਼ਾਹ ਸਾਨੂੰ ਵਿਵੇਕ ਦਾਨ ਬਖਸ਼ੋ, ਸਾਨੂੰ ਐਸੀ ਮੱਤ ਦਿਓ, ਸਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਵਿੱਚ ਅਸੀਂ ਕੀ ਕਰਨਾ ਹੈ ਔਰ ਕੀ ਨਹੀਂ ਕਰਨਾ, ਕਿਹੜੇ ਕੰਮਾਂ ਤੋਂ ਅਸੀਂ ਬਚਣਾ ਹੈ, ਮਾੜੇ ਕੰਮਾਂ ਤੋਂ ਔਗਣਾਂ ਤੋਂ ਕਿਵੇਂ ਅਸੀਂ ਬਚਣਾ ਹੈ, ਤੇ ਕਿਹੜੇ ਕੰਮ ਕਰਨੇ ਨੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ। ਇਹੀ ਵਿਵੇਕ ਬੁੱਧੀ ਹੈ। ਜਿਹਨੂੰ ਸਮਝ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਯਤਨ ਕਰਦਾ ਹੈ ਕਿ ਮੈਂ ਚੰਗੇ ਕੰਮ ਕਰਾਂ, ਸ਼ੁਭ ਕਰਮ ਕਰਾਂ, ਤਾਂ ਕਿ ਪਰਮਾਤਮਾ ਦੀ, ਗੁਰੂ ਦੀ ਪ੍ਰਸੰਨਤਾ ਹਾਸਲ ਹੋ ਸਕੇ। ਮਨੁੱਖ ਜਿਹੜਾ ਹੈ ਸੰਸਾਰ ਦੇ ਵਿੱਚ ਆ ਕੇ ਭੁੱਲ ਜਾਂਦਾ ਹੈ, ਇਸ ਕਰਕੇ ਲਾਲਚ ਦੇ ਵਿੱਚ ਫਸਿਆ ਰਹਿੰਦਾ ਹੈ, ਤੇ ਜੋ ਉਹਦੇ ਜੀਵਨ ਦਾ ਸਵਾਰਥ ਹੈ, ਜੋ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ, ਸੇਵਾ ਸਿਮਰਨ ਦੇ ਵਾਸਤੇ ਜੀਵਨ ਮਿਲਿਆ ਹੈ, ਉਹਨੂੰ ਗਵਾ ਲੈਂਦਾ ਹੈ। ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਪਰਮਾਤਮਾ ਕਿਰਪਾ ਕਰਦਾ ਹੈ। ਗੁਰੂ ਦੇ ਨਾਲ ਮੇਲ ਵੀ ਸੌਖਾ ਨਹੀਂ ਹੁੰਦਾ। ਵੇਖੋ ਸਾਨੂੰ ਇਹ ਪ੍ਰਾਪਤੀ ਹੋਈ ਹੈ ਕਿ ਆਪਾਂ ਗੁਰੂ ਦੇ ਲੜ ਲੱਗੇ ਹੋਏ ਹਾਂ, ਤੇ ਜੇ ਮੰਨ ਲਓ ਪਰਮਾਤਮਾ ਸਾਨੂੰ ਜਨਮ ਹੀ ਕਿਸੇ ਹੋਰ ਥਾਂ ਤੇ ਦੇ ਦਿੰਦਾ, ਕਿਸੇ ਹੋਰ ਧਰਤੀ ਤੇ ਦੇ ਦਿੰਦਾ, ਕਿਸੇ ਹੋਰ ਧਰਮ ਦੇ ਵਿੱਚ ਦੇ ਦਿੰਦਾ, ਤੇ ਫਿਰ ਕੀ ਕਰਦੇ? ਜਾਂ ਕਿਸੇ ਹੋਰ ਜੂਨੀ ਦੇ ਵਿੱਚ ਦੇ ਦਿੰਦਾ, ਕਿਸੇ ਪਸ਼ੂ ਪੰਛੀ ਦੇ ਵਿੱਚ ਆਪਾਂ ਲੰਘ ਕੇ ਆਏ ਹਾਂ ਨਾ, ਹੁਣ ਉਹਨੇ ਕਿਰਪਾ ਕੀਤੀ ਹੈ ਨਾ। ਤੇ ਮਨੁੱਖਾ ਜੂਨੀ ਦੇ ਵਿੱਚ ਵੀ ਸਾਡਾ ਜਿਹੜਾ ਜਨਮ ਹੈ ਉਸ ਘਰ ਦੇ ਵਿੱਚ ਹੋਇਆ ਜਿਸ ਘਰ ਦਾ ਮਾਲਕ ਗੁਰੂ ਨਾਨਕ ਹੈ। ਹਰ ਸਿੱਖ ਦਾ ਘਰ, ਇਹ ਤਾਂ ਸਾਡੇ ਮਨ ਦੇ ਵਹਿਮ ਨੇ ਕਿ ਮੇਰਾ ਘਰ ਹੈ। ਜਿਹੜਾ ਸਿੱਖ ਹੈ ਨਾ ਉਹ ਗੁਰੂ ਦਾ ਹੈ, ਤੇ ਜੇ ਸਿੱਖ ਗੁਰੂ ਦਾ ਤੇ ਘਰ ਵੀ ਗੁਰੂ ਦਾ ਹੈ। ਇਹ ਤੇ ਆਪਾਂ ਮਲ ਮਾਰ ਕੇ ਬੈਠਦੇ ਹਾਂ, ਹੈ ਤੇ ਸਾਰਾ ਕੁਝ ਗੁਰੂ ਸਾਹਿਬ ਦਾ। ਕਈ ਵਾਰੀ ਆਪਾਂ ਸੁਣਦੇ ਹਾਂ ਕਈਆਂ ਦੇ ਘਰਾਂ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਹ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਹੋਏ ਨੇ। ਭਲਿਓ, ਤੁਹਾਡੇ 'ਚ ਇੰਨੀ क्षमता है, ਤੁਹਾਡੇ 'ਚ ਇੰਨੀ ਤਾਕਤ ਹੈ ਕਿ ਤੁਸੀਂ ਗੁਰੂ ਨੂੰ ਆਪਣੇ ਘਰ ਰੱਖ ਸਕੋ। ਤੁਹਾਨੂੰ ਗੁਰੂ ਨੇ ਰੱਖਿਆ ਹੋਇਆ ਹੈ, ਕਿਉਂਕਿ ਘਰ ਗੁਰੂ ਦਾ ਹੈ। ਜਿਸ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ, ਉਹ ਘਰ ਗੁਰੂ ਦਾ ਹੈ। ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉਹ ਘਰ ਗੁਰੂ ਦਾ ਹੈ। ਜਿੱਥੇ ਗੁਰੂ ਦਾ ਓਟ ਆਸਰਾ ਲੈ ਕੇ ਕੰਮ ਕੀਤੇ ਜਾਂਦੇ ਨੇ, ਘਰ ਗੁਰੂ ਦਾ ਹੈ। ਥੋੜ੍ਹੇ ਸਮੇਂ ਵਾਸਤੇ ਅਸੀਂ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦੇ, ਕਹਿੰਦੇ ਸਾਰਾ ਕੁਝ ਤੇਰਾ ਹੈ, ਫਿਰ ਭੁੱਲ ਜਾਂਦੇ ਹਾਂ। ਫਿਰ ਕਹਿੰਦੇ ਇਹ ਘਰ ਵੀ ਮੇਰਾ ਹੈ, ਇਹ ਦੌਲਤ ਵੀ ਮੇਰੀ ਹੈ, ਇਹ ਸਰੀਰ ਵੀ ਮੇਰਾ ਹੈ। ਜਿਸ ਘਰ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ, ਸੁਭਾਈਮਾਨ ਹਨ, ਅਸੀਂ ਗੁਰੂ ਸਾਹਿਬ ਨੂੰ ਨਹੀਂ ਰੱਖਿਆ। ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਡੇ ਉੱਤੇ ਤਰਸ ਕਰਕੇ, ਸਾਡੇ ਉੱਤੇ ਦਇਆ ਕਰਕੇ ਸਾਨੂੰ ਉਸ ਘਰ ਦੇ ਵਿੱਚ ਜਗ੍ਹਾ ਦਿੱਤੀ ਹੈ। ਇਹ ਹੁਣ ਆਪਾਂ ਸੋਚਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਾ ਜਿਹੜਾ ਸਥਾਨ ਹੈ, ਇੱਕ ਛੋਟਾ ਜਿਹਾ ਕਮਰਾ ਬਣਾਉਣਾ ਹੈ ਜਾਂ ਵੱਡਾ ਕਮਰਾ ਬਣਾਉਣਾ ਹੈ। ਕਿਉਂਕਿ ਡਰਾਇੰਗ ਰੂਮ ਅਸੀਂ ਬਹੁਤ ਵੱਡੇ ਵੱਡੇ ਬਣਾਏ ਨੇ, ਆਪਣੇ ਬੈਡਰੂਮ ਬਹੁਤ ਵੱਡੇ ਵੱਡੇ ਬਣਾਏ ਨੇ, ਤੇ ਜਿਹਦਾ ਘਰ ਹੈ ਉਹਦੇ ਵਾਸਤੇ ਇੱਕ ਛੋਟਾ ਜਿਹਾ ਕਮਰਾ ਬਣਾਉਂਦੇ ਹਾਂ। ਕੀ ਅਸੀਂ ਇਸ ਢੰਗ ਦੇ ਨਾਲ ਆਪਣਾ ਘਰ ਨਹੀਂ ਬਣਾ ਸਕਦੇ ਕਿ ਜਿੰਨਾ ਸਾਡਾ, ਚਲੋ ਡਰਾਇੰਗ ਰੂਮ ਜਿੰਨਾ ਹੈ ਜਾਂ ਬੈਡਰੂਮ ਹੈ ਉਹਨਾਂ ਨਹੀਂ, ਤੇ ਥੋੜ੍ਹਾ ਜਿਹਾ ਵੱਡਾ ਤੇ ਕਮਰਾ ਹੋਵੇ, ਜਿੱਥੇ ਜਦੋਂ ਆਪਾਂ ਕੋਈ ਸਮਾਗਮ ਕਰਦੇ ਹਾਂ ਸੰਗਤ ਆ ਕੇ ਬੈਠਣ ਜੋਗੇ ਤੇ ਜਗ੍ਹਾ ਹੋਵੇ, 15-20 ਸਰੀਰ ਬੈਠ ਜਾਣ, ਬੈਠ ਕੇ ਬਾਣੀ ਪੜ੍ਹਨ, ਸੁਣਨ, ਕੀਰਤਨ ਕਰਨ, ਕਿੰਨਾ ਆਨੰਦ ਹੈ। ਸੋ ਇਸ ਵੱਲੇ ਸਾਡਾ ਧਿਆਨ ਨਹੀਂ ਹੈ। ਸੋ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਉਸ ਘਰ ਦੇ ਵਿੱਚ ਜਨਮ ਲਿਆ ਹੈ ਜਿਸ ਘਰ ਦਾ ਮਾਲਕ ਗੁਰੂ ਨਾਨਕ ਹੈ, ਜਿਸ ਘਰ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਤੇ ਜੇ ਅਜੇ ਵੀ ਆਪਾਂ ਗੁਰੂ ਦੇ ਲੜ ਨਾ ਲੱਗੇ, ਇਹ ਪਰਮੇਸ਼ਰ ਦੀ ਕਿਰਪਾ ਹੈ ਜਿਨ੍ਹਾਂ ਦੇ ਉੱਤੇ ਹੁੰਦੀ ਹੈ। ਸੋ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ। ਕਿਉਂਕਿ ਗੁਰੂ ਦਾ ਉਪਦੇਸ਼ ਸੁਣ ਕੇ, ਵਿਚਾਰ ਕੇ, ਮੰਨ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ। ਨਾਮ ਜਪਦਿਆਂ ਜਪਦਿਆਂ
ਉਹ ਨਾਮ ਜਿਹੜਾ ਹੈ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ। ਮਹਾਰਾਜ ਕਹਿੰਦੇ ਨੇ ਇੱਕ ਨਾ ਇੱਕ ਦਿਨ ਸੰਸਾਰ ਦੇ ਸਾਰੇ ਪਦਾਰਥ ਜਿਹੜੇ ਸਾਨੂੰ ਅੱਜ ਮਿੱਠੇ ਲੱਗ ਰਹੇ ਨੇ ਨਾ, ਉਹ ਇੱਕ ਨਾ ਇੱਕ ਦਿਨ ਕੌੜੇ ਹੋ ਜਾਣਗੇ। ਜਦੋਂ ਸਾਡਾ ਜੀਵਨ ਇਸ ਸੰਸਾਰ ਦੇ ਵਿੱਚ ਖਤਮ ਹੋ ਜਾਏਗਾ ਜਾਂ ਥੋੜਾ ਰਹਿ ਜਾਏਗਾ ਨਾ, ਫਿਰ ਸਾਨੂੰ ਸਮਝ ਦੇ ਵਿੱਚ ਆਏਗੀ ਇਹ ਗੱਲ। ਫਿਰ ਉਦੋਂ ਸਾਨੂੰ ਪਤਾ ਲੱਗੇਗੀ ਕਿ ਅਸੀਂ ਕੌਡੀਆਂ ਦੇ ਭਾਅ ਦੇ ਉੱਤੇ ਆਪਣਾ ਹੀਰਾ ਜਿਹੜਾ ਸੀ ਨਾ ਉਹ ਦੇ ਦਿੱਤਾ ਹੈ। ਕੀਮਤੀ ਸਮਾਂ ਜਿਹੜਾ ਰੱਬ ਦੀ ਭਗਤੀ ਵਾਸਤੇ ਮਿਲਿਆ, ਉਹ ਅਸੀਂ ਸੰਸਾਰ ਦੀ ਦੌਲਤ ਇਕੱਠੀ ਕਰਨ ਵਾਸਤੇ, ਜ਼ਮੀਨਾਂ ਜਾਇਦਾਦਾਂ ਬਣਾਉਣ ਵਾਸਤੇ ਖਰਚ ਕਰ ਦਿੱਤਾ। ਤੇ ਇਹ ਜ਼ਮੀਨਾਂ ਜਾਇਦਾਦਾਂ ਸਾਰੀਆਂ ਇੱਥੇ ਰਹਿ ਗਈਆਂ, ਧਨ ਦੌਲਤ ਇੱਥੇ ਰਹਿ ਗਏ, ਹੁਣ ਖਾਲੀ ਹੱਥ ਚੱਲੇ ਆ। ਤੇ ਜੇ ਉਹਨਾਂ ਸਵਾਸਾਂ ਦੇ ਨਾਲ ਜਿਹੜੇ ਪਰਮਾਤਮਾ ਨੇ ਸਾਨੂੰ ਬੇਸ਼ਕੀਮਤੀ ਬਖਸ਼ਿਸ਼ ਕੀਤੇ ਨੇ, ਜੇ ਉਹਦੇ ਨਾਲ ਅਸੀਂ ਨਾਮ ਜਪਿਆ ਹੁੰਦਾ, ਸਾਡੇ ਕੋਲ ਇੰਨਾ ਕੁ ਖਜ਼ਾਨਾ ਹੁੰਦਾ ਕਿ ਕਦੇ ਮੁੱਕਣਾ ਹੀ ਨਹੀਂ ਸੀ ਸਾਡੇ ਕੋਲੋਂ। ਪਰ ਅਸੀਂ ਸਮੇਂ ਸਿਰ ਸੰਭਾਲ ਨਹੀਂ ਕਰ ਸਕੇ। ਫਿਰ ਉਹੀ ਪਦਾਰਥ ਜਿਹੜੇ ਨੇ ਨਾ, ਜਦੋਂ ਅਸੀਂ ਮਿੱਠੇ ਕਰਕੇ ਸਮਝ ਕੇ ਤੇ ਛਕੇ ਸਨ, ਜਾਂ ਜਿਹੜੇ ਪਦਾਰਥ ਅਸੀਂ ਭੋਗੇ ਸਨ ਮਿੱਠੇ ਕਰਕੇ, ਉਹ ਸਾਨੂੰ ਫਿਰ ਕੋੜੇ ਲੱਗਦੇ ਨੇ। ਪਰ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਨਾ, ਪਰਮੇਸ਼ਰ ਦਾ ਨਾਮ ਹਮੇਸ਼ਾ ਮਿੱਠਾ ਹੀ ਰਹਿੰਦਾ ਹੈ। ਉਹਦੇ ਵਿੱਚ ਕੁੜੱਤਨ ਨਹੀਂ, ਉਹ ਤੇ ਅੰਦਰ ਦੀ ਕੁੜੱਤਨ ਵੀ ਦੂਰ ਕਰ ਦਿੰਦਾ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਈ ਜਿਹੜੇ ਮਨੁੱਖ ਨੇ ਉਹਨਾਂ ਦਾ ਸੁਭਾਅ ਬੜਾ ਕੌੜਾ ਹੁੰਦਾ ਹੈ, ਪਰ ਜਦੋਂ ਉਹ ਸੰਗਤ ਕਰਦੇ ਨੇ, ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਸੁਭਾਅ ਜਿਹੜਾ ਹੈ ਮਿੱਠਾ ਹੋ ਜਾਂਦਾ ਹੈ। ਕਈ ਵਾਰੀ ਅਸੀਂ ਆਪਣੇ ਜੀਵਨ ਦੇ ਵਿੱਚ ਐਸੇ ਰੱਬ ਦੇ ਪਿਆਰੇ ਦੇਖੇ ਨੇ ਜਿਨ੍ਹਾਂ ਦਾ ਸੁਭਾਅ ਬੜਾ ਕੌੜਾ ਸੀ, ਪਰ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਏ, ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਤੇ ਪਰਮਾਤਮਾ ਦੇ ਨਾਮ ਨੇ ਜਿਹਦਾ ਆਪਣਾ ਗੁਣ ਹੈ ਕਿ ਉਹ ਮਿਠਾਸ ਭਰਿਆ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਉਸ ਮਨੁੱਖ ਦੇ ਅੰਦਰ ਵੀ ਮਿਠਾਸ ਭਰ ਦਿੱਤੀ, ਉਹਦਾ ਵੀ ਸੁਭਾਅ ਜਿਹੜਾ ਹੈ ਮਿੱਠਾ ਹੋ ਗਿਆ। ਸੋ ਸਾਰੀਆਂ ਵਸਤੂਆਂ ਕੌੜੀਆਂ ਨੇ, ਕੇਵਲ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਿੱਠਾ ਹੈ। ਸਾਧ ਆਇਆ ਤਿਨ ਹਰ ਜਨਾ ਚਖ ਸਾਧੀ ਡਿਠਾ। ਮਹਾਰਾਜ ਕਹਿੰਦੇ ਨੇ ਇਸ ਪਰਮਾਤਮਾ ਦੇ ਨਾਮ ਦਾ ਸਵਾਦ ਉਹਨਾਂ ਨੂੰ ਆਇਆ ਹੈ ਜਿਹੜੇ ਪਰਮਾਤਮਾ ਦੇ ਸੇਵਕਾਂ ਨੇ ਗੁਰੂ ਦੀ ਸੰਗਤ ਕਰ ਲਈ, ਸਾਧ ਸੰਗਤ ਦੇ ਵਿੱਚ ਆ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ। ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉਠਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ, ਪਾਰ ਬ੍ਰਹਮ ਪਰਮੇਸ਼ਰ ਨੇ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਇਹ ਲਿਖਿਆ ਸੀ ਨਾ ਵੀ ਸੰਸਾਰ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ ਹੈ, ਤੇ ਨਾਮ ਜਪ ਕੇ ਤੇ ਨਾਮ ਦੀ ਮਿਠਾਸ ਮੰਨਣੀ ਹੈ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਵਸਦਾ ਹੈ। ਇੱਕ ਨਿਰੰਜਨ ਰਵ ਰਹਿਆ ਭਾਉ ਦੁਆ ਕੁਠਾ। ਮਹਾਰਾਜ ਕਹਿੰਦੇ ਨੇ ਫਿਰ ਇੱਕ ਪਾਰ ਬ੍ਰਹਮ ਪਰਮੇਸ਼ਰ ਨਿਰੰਜਨ, ਨਿਰੰਜਨ ਦਾ ਅਰਥ ਹੈ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਇਸ ਸੰਸਾਰ ਦੇ ਵਿੱਚ ਅਸੀਂ ਸਾਰੇ ਜਿੰਨੇ ਜੀਵ ਹਨ, ਸਾਨੂੰ ਮਾਇਆ ਦੀ ਕਾਲਖ ਲੱਗੀ ਹੋਈ ਹੈ, ਔਰ ਇੱਕ ਜਨਮ ਦੀ ਨਹੀਂ, ਸਤਿਗੁਰੂ ਜੀ ਫਰਮਾਨ ਕਰਦੇ ਨੇ ਕਈ ਜਨਮਾਂ ਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਕਾਲਾ ਸਿਆਹ ਹੋਇਆ ਪਿਆ ਹੈ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਕੇਵਲ ਪਰਮਾਤਮਾ ਹੈ, ਜਾਂ ਫਿਰ ਪਰਮੇਸ਼ਰ ਦੇ ਪਿਆਰੇ ਸੰਤ ਜਨ ਗੁਰਮੁਖ ਜਨ ਨੇ ਜੋ ਇਸ ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੀ ਕਾਲਖ ਤੋਂ ਬਚਦੇ ਹਨ। ਕਬੀਰ ਸਾਹਿਬ ਨੇ ਇੱਕ ਬਚਨ ਬੜਾ ਕੀਮਤੀ ਆਖਿਆ ਸ਼ਲੋਕਾਂ ਦੇ ਵਿੱਚ, ਕਬੀਰ ਜਗ ਕਾਜਲ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਭਗਤ ਕਬੀਰ ਜੀ ਕਹਿੰਦੇ ਨੇ ਇਹ ਸੰਸਾਰ ਮਾਨੋ ਇੱਕ ਕਾਲਖ ਦੀ ਕੋਠਰੀ ਹੈ, ਇੱਕ ਕਾਜਲ ਦੀ ਕੋਠਰੀ। ਕਾਜਲ ਆਪਾਂ ਸਾਰੇ ਜਾਣਦੇ ਹਾਂ ਕਿ ਕਾਲਾ ਹੁੰਦਾ ਹੈ। ਕਬੀਰ ਜਗ ਕਾਜਲ ਕੋਠਰੀ ਅੰਧ ਪਰੇ ਤਿਸ ਮਾਹੇ। ਤੇ ਆਪਾਂ ਸਾਰੇ ਸੰਸਾਰੀ ਜੀਵ ਜੋ ਮਾਇਆ ਦੇ ਹੰਕਾਰ ਦੇ ਨਸ਼ੇ ਦੇ ਵਿੱਚ ਅੰਨੇ ਹਾਂ, ਇਹਦੇ ਵਿੱਚ ਆ ਕੇ ਡਿੱਗ ਪਏ ਆ। ਹੁਣ ਇੱਕ ਮਨੁੱਖ ਜਿਹੜਾ ਜਿਹਦੀਆਂ ਅੱਖਾਂ ਹੋਣ, ਜਿਹੜਾ ਦੇਖ ਸਕਦਾ ਹੈ, ਉਹ ਤੇ ਫਿਰ ਵੀ ਯਤਨ ਕਰੇਗਾ ਵੀ ਮੇਰੇ ਸਰੀਰ ਨੂੰ, ਮੇਰੇ ਬਸਤਰਾਂ ਨੂੰ, ਮੇਰੇ ਕੱਪੜਿਆਂ ਨੂੰ ਕਾਲਖ ਨਾ ਲੱਗੇ।
ਪਰ ਜਿਹੜਾ ਹੋਇਆ ਹੀ ਆ ਨਾ, ਉਹਨੂੰ ਕੀ ਪਤਾ ਲੱਗਣਾ ਵੀ ਦੀਵਾਰਾਂ ਚਿੱਟੀਆਂ ਨੇ ਕਿ ਕਾਲੀਆਂ ਨੇ। ਉਹ ਤਾਂ ਸਾਰਾ ਕੁਝ ਕਾਲਾ ਕਰ ਲੇਗਾ, ਕੱਪੜੇ ਵੀ ਕਾਲੇ, ਹੱਥ ਪੈਰ ਵੀ ਕਾਲੇ। ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਬਲਿਹਾਰ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜੋ ਇਸ ਕਾਜਲ ਦੀ ਕੋਠਰੀ ਦੇ ਵਿੱਚ, ਕਾਲਖ ਦੀ ਕੋਠਰੀ ਦੇ ਵਿੱਚ ਪੈ ਕੇ ਤੇ ਬਿਲਕੁਲ ਬੇਦਾਗ ਇਹਦੇ ਤੋਂ ਬਾਹਰ ਨਿਕਲ ਆਉਂਦੇ ਨੇ। ਰੱਬ ਦੇ ਪਿਆਰੇ ਨੇ ਬਸ, ਜਿਨ੍ਹਾਂ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ, ਜਿਨ੍ਹਾਂ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਉਹ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਆਉਂਦੇ ਨੇ ਉਸੇ ਤਰ੍ਹਾਂ ਹੀ ਐਨ ਬੇਦਾਗ ਇਸ ਸੰਸਾਰ ਤੋਂ ਜਾਂਦੇ ਹਨ। ਤੇ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਸੋ ਪਰਮੇਸ਼ਰ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਸੋ ਉਹ ਨਿਰੰਜਨ ਪਰਮਾਤਮਾ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ। ਔਰ ਜਿਹੜਾ ਦੂਜਾ ਪ੍ਰੇਮ ਹੈ ਨਾ ਮਾਇਆ ਦਾ, ਉਹ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦਾ ਹੈ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਹਰ ਨਾਨਕ ਮੰਗੈ ਜੋੜ ਕਰ, ਪ੍ਰਭ ਦੇਵੈ ਤੁਠਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਨਾਨਕ ਵੀ ਪਰਮਾਤਮਾ ਤੋਂ ਹੱਥ ਜੋੜ ਕੇ ਇਹ ਦਾਤ ਮੰਗਦਾ ਹੈ। ਜਨ ਨਾਨਕ ਹਰ ਨਾਨਕ ਮੰਗੈ ਜੋੜ ਕਰ, ਕਰ ਦਾ ਅਰਥ ਹੈ ਹੱਥ, ਜੋੜ ਭਾਵ ਜੋੜ ਕੇ, ਹੱਥ ਜੋੜ ਕੇ ਪਰਮਾਤਮਾ ਤੋਂ ਇਹ ਦਾਤ ਮੰਗਣੀ ਹੈ। ਤੇ ਪਰਮਾਤਮਾ ਦਿੰਦਾ ਹੈ ਜਦੋਂ ਤਰੁੱਠ ਜਾਂਦਾ ਹੈ, ਜਦੋਂ ਪ੍ਰਸੰਨ ਹੋ ਜਾਂਦਾ ਹੈ। ਸੋ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਆਪਾਂ ਅਰਦਾਸ ਕਰਦੇ ਹਾਂ ਨਾ, ਹੱਥ ਜੋੜ ਕੇ ਕਰਦੇ ਹਾਂ। ਦੋਇ ਕਰ ਜੋਰ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਦੋਇ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਥੋੜ੍ਹਾ ਸੋਝੀ ਨਹੀਂ, ਉਹ ਹੱਥ ਜੋੜ ਕੇ ਅਰਦਾਸ ਕਰਨ ਦੀ ਬਜਾਏ ਜਾਂ ਹੱਥ ਜੋੜ ਕੇ ਨਮਸਕਾਰ ਕਰਨ ਦੀ ਬਜਾਏ ਇਸ ਤਰ੍ਹਾਂ ਹੱਥ ਕਰ ਲੈਂਦੇ ਨੇ। ਕੋਈ ਕਿਸ ਤਰ੍ਹਾਂ ਕਰ ਲੈਂਦਾ, ਕੋਈ ਕਿਸ ਤਰ੍ਹਾਂ ਕਰ ਲੈਂਦਾ ਹੈ। ਜਦੋਂ ਕਿ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਸੇਧ ਦਿੱਤੀ ਹੋਈ ਹੈ ਵੀ ਗੁਰੂ ਦੇ ਅੱਗੇ ਆ ਕੇ, ਗੁਰੂ ਦੇ ਸਨਮੁਖ ਆ ਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਜਾਣਾ। ਜੋ ਵੀ ਆਪਣੇ ਮਨ ਦੀ ਬੇਨਤੀ ਹੈ, ਮਨ ਦੀ ਜੋ ਜੋਦੜੀ, ਮਨ ਦੀ ਅਰਦਾਸ ਹੈ, ਉਹ ਹੱਥ ਜੋੜ ਕੇ ਕਰਨੀ ਹੈ, ਨਾ ਕਿ ਇਸ ਤਰ੍ਹਾਂ ਕਰਕੇ ਜਾਂ ਇਸ ਤਰ੍ਹਾਂ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ। ਠੀਕ ਹੈ, ਹਰ ਧਰਮ ਦਾ ਆਪਣਾ ਆਪਣਾ ਤਰੀਕਾ ਹੈ, ਪਰ ਜੋ ਸਿੱਖ ਧਰਮ ਦੇ ਅੰਦਰ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੇਧ ਮਿਲਦੀ ਹੈ, ਉਹਦੇ ਅਨੁਸਾਰ ਜੇ ਗੁਰੂ ਅੱਗੇ ਖਲੋ ਕੇ ਜਾਂ ਕਿਧਰੇ ਵੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰਨੀ ਹੈ ਤਾਂ ਦੋਨੋਂ ਹੱਥ ਜੋੜ ਕੇ ਕਰਨੀ ਹੈ। ਇਹ ਸੱਚੇ ਪਾਤਸ਼ਾਹ ਕਿਰਪਾ ਕਰੋ। ਸੋ ਇਸ ਨੁਕਤੇ ਦੇ ਉੱਤੇ ਵੀ ਸਾਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਪਰਮਾਤਮਾ ਦੇ ਅੱਗੇ ਮੈਂ ਵੀ ਹੱਥ ਜੋੜ ਕੇ ਇਹ ਦਾਨ ਮੰਗਦਾ ਹਾਂ ਕਿ हे ਪ੍ਰਭੂ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੇ ਜਦੋਂ ਪਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਇਸ ਦਾਤ ਦੇ ਨਾਲ ਨਿਵਾਜ ਦਿੰਦਾ ਹੈ। ਸੋ ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਆਪਾਂ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ। ਭੁੱਲ ਚੁੱਕ ਦੀ ਖਿਮਾ।